ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਅੰਮ੍ਰਿਤਪਾਲ ਕੌਰ ਲੈ ਕੇ ਹਾਜ਼ਰ ਹਾਂ ਪੰਜਾਬੀ ਟ੍ਰਿਬਿਊਨ ਦਾ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ। ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਅੱਜ ਅਸੀਂ ਜਿਸ ਮੁੱਦੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਉਹ ਹੈ ਕਿਸਾਨ ਅੰਦੋਲਨ, ਕੇਂਦਰ ਸਰਕਾਰ ਦਾ ਉਖੜਿਆ ਦਮ। ਤੇ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਜੀ। ਭੁੱਲਰ ਸਾਹਿਬ, ਤੁਹਾਡਾ ਸਵਾਗਤ ਹੈ। ਮਿਹਰਬਾਨੀ ਅਮਰ ਤੁਹਾਡੀ। ਦੋਸਤੋ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਖੇਤੀ ਕਾਨੂੰਨਾਂ ਦਾ ਮੁੱਦਾ ਦੇਸ਼ ਭਰ ਵਿੱਚ ਭਖਿਆ ਹੋਇਆ ਹੈ ਤੇ ਇਸੇ ਦੌਰਾਨ ਜਿਹੜੇ ਕਿਸਾਨ ਨੇ, ਪੰਜਾਬ ਭਰ ਤੋਂ ਕਿਸਾਨਾਂ ਨੇ ਜਾ ਕੇ ਦਿੱਲੀ ਡੇਰੇ ਲਾਏ ਹੋਏ ਨੇ। ਪਰ ਅਜੇ ਵੀ ਕਿਸਾਨਾਂ ਦੇ ਬੈਠਣ ਸੰਬੰਧੀ ਜੋ ਜਗ੍ਹਾ ਦਾ ਵਿਵਾਦ ਹੈ ਉਹ ਉਸੇ ਤਰ੍ਹਾਂ ਬਰਕਰਾਰ ਹੈ। ਜਿੱਥੇ ਸਰਕਾਰ ਵੱਲੋਂ ਕਿਸਾਨਾਂ ਨੂੰ ਬੁਰਾੜੀ ਮੈਦਾਨ ਵਿੱਚ ਬੈਠਣ ਲਈ ਕਿਹਾ ਜਾ ਰਿਹਾ ਹੈ, ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਉਹ ਜੰਤਰ ਮੰਤਰ ਵਿੱਚ ਧਰਨਾ ਦੇਣਗੇ ਤੇ ਜਾਂ ਫਿਰ ਉਹ ਰਾਮਲੀਲਾ ਮੈਦਾਨ ਵਿੱਚ ਜਾ ਕੇ ਡਟਣਗੇ। ਪਰ ਅਜੇ ਵੀ ਜਿਹੜੀ ਇਹ ਸਥਿਤੀ ਇਸੇ ਤਰ੍ਹਾਂ ਬਰਕਰਾਰ ਹੈ ਤੇ ਕਿਸਾਨ ਬਾਰਡਰ ਤੇ ਹੀ ਡਟੇ ਹੋਏ ਨੇ। ਸਰ, ਇਸ ਅੰਦੋਲਨ ਦੀ ਹੁਣ ਤੱਕ ਦੀ ਕੀ ਸਥਿਤੀ ਹੈ ਤੇ ਕਿਸਾਨਾਂ ਦੀ ਕੀ ਪ੍ਰਾਪਤੀ ਹੈ, ਇਸ ਬਾਰੇ ਚਾਨਣਾ ਪਾਓ। ਅਮਰ, ਤੇ ਇਹ ਹੈਗਾ ਕਿ ਜਿਹੜਾ ਦਿੱਲੀ ਚੱਲੋ ਪ੍ਰੋਗਰਾਮ ਹੈਗਾ ਜੀ, ਉਹਦਾ ਇੱਕ ਪਲੱਸ ਪੁਆਇੰਟ ਇਹ ਹੈਗਾ ਕਿ ਇਸ ਪ੍ਰੋਗਰਾਮ ਨੇ ਜਿਹੜਾ ਸਾਡਾ ਅੰਦੋਲਨ ਹੈ, ਕਿਸਾਨ ਅੰਦੋਲਨ ਹੈ, ਉਸ ਨੂੰ ਇੱਕ ਤਰ੍ਹਾਂ ਦੀ ਜਿਹੜੀ ਨੈਸ਼ਨਲ ਜਾਂ ਕੌਮੀ ਸ਼ੇਪ ਦਿੱਤੀ ਹੈਗੀ ਹੈ। ਜੀ ਜੀ। ਕਿਉਂਕਿ ਹੁਣ ਤੱਕ ਇਹੀ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਪੰਜਾਬ ਦੇ ਲੋਕਾਂ ਦਾ ਜਾਂ ਪੰਜਾਬ ਦੇ ਕਿਸਾਨਾਂ ਦਾ ਪ੍ਰੋਟੈਸਟ ਹੈਗਾ। ਪਰ ਦਿੱਲੀ ਜਦੋਂ ਕਿਸਾਨ ਚਲੇ ਗਏ, ਜਿਸ ਤਰ੍ਹਾਂ ਹੁਣ ਸਾਨੂੰ ਅਪਡੇਟਸ ਜਿਹੜੀਆਂ ਲੇਟੈਸਟ ਮਿਲੀਆਂ ਹੈ ਕਿ ਕਿਸਾਨਾਂ ਨੇ ਦਿੱਲੀ ਦੇ ਜਿਹੜੇ 5 ਬਾਰਡਰ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈਗਾ, ਤਾਂ ਸਾਰੀਆਂ ਸਟੇਟਾਂ ਦੇ ਵਿੱਚੋਂ ਵੀ ਕਿਸਾਨ ਉੱਠ ਖੜੇ ਹੋਏ ਨੇ। ਤਾਂ ਇੱਕ ਗੱਲ ਹੁਣ ਸਾਫ਼ ਹੋਈ ਹੈ ਕਿ ਜਿਹੜਾ ਇੱਕ ਕਿਸਾਨਾਂ ਦਾ ਅੰਦੋਲਨ ਹੈ, ਇਹਨੂੰ ਅਗਵਾਈ ਜ਼ਰੂਰ ਪੰਜਾਬ ਔਰ ਹਰਿਆਣਾ ਨੇ ਦਿੱਤੀ ਹੈ, ਪਰ ਇਹਦੀ ਜਿਹੜੀ ਚੰਗਿਆੜੀ ਚੱਲੀ ਸੀਗੀ, ਜਿਹੜੀ ਉਹ ਤੁਖੀ ਹੈ ਹੁਣ ਉਹ ਸਾਰੀਆਂ ਸਟੇਟਾਂ ਦੇ ਵਿੱਚ ਇੱਕ ਤਰ੍ਹਾਂ ਦੀ ਲਾਟ ਬਣਿਆ ਇਹ ਜਿਹੜਾ ਅੰਦੋਲਨ ਹੈਗਾ। ਤਾਂ ਜਿਹੜੀ ਸਾਨੂੰ ਹੁਣ ਤੱਕ ਲੇਟੈਸਟ ਥੋੜ੍ਹੇ ਟਾਈਮ ਬਾਅਦ ਜਿਹੜੀਆਂ ਕਿਸਾਨ ਧਿਰਾਂ ਨੇ 31 ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜੀ ਦਿੱਲੀ ਦੇ ਵਿੱਚ ਕਰਨੀ ਹੈਗੀ ਹੈ, ਤਾਂ ਗਵਰਨਮੈਂਟ ਨੇ ਜਿਹੜਾ ਉਹਨਾਂ ਨੂੰ ਸੱਦਾ ਦਿੱਤਾ ਸੀ, ਖਾਸ ਕਰਕੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਕਿ ਤੁਸੀਂ ਬਰਾਰੀ ਮੈਦਾਨ ਦੇ ਵਿੱਚ ਚਲੇ ਜਾਓ, ਤਾਂ ਉਹਨਾਂ ਨੇ ਇਹ ਅੱਜ ਪੂਰੀ ਤਰ੍ਹਾਂ ਜਿਹੜਾ ਹੈਗਾ ਰੱਦ ਕਰ ਦਿੱਤਾ ਹੈਗਾ। ਤੇ ਕਿਸਾਨਾਂ ਨੇ ਜਿਹੜਾ ਉੱਥੇ ਹੀ ਫਿਲਹਾਲ ਜਿਹੜਾ ਬਾਰਡਰ ਤੇ ਡਟਣ ਦਾ ਪ੍ਰੋਗਰਾਮ ਹੈ ਜਿਹੜਾ ਉਹ ਉਲੀਕਿਆ ਹੈਗਾ। ਪਿਛਲੇ 2-3 ਦਿਨਾਂ ਤੋਂ ਜਦੋਂ ਤੋਂ ਕਿਸਾਨ ਉੱਥੇ ਬਾਰਡਰ ਤੇ ਦਿੱਲੀ ਦੇ ਤੇ ਬੈਠੇ ਨੇ, ਤਾਂ ਉੱਥੇ ਕਿਸਾਨ ਅੰਦੋਲਨਾਂ ਦੇ ਵਿੱਚ ਜਿਹੜੀ ਕਿਸਾਨਾਂ ਦੀ ਜਿਹੜੀ ਭੀੜ ਹੈ ਉਹ ਕਾਫੀ ਵੱਧ ਗਈ ਹੈ, ਔਰ ਜਿਹੜਾ ਟੋਟਲ ਸੁਸਾਇਟੀ ਦਾ, ਸਮਾਜ ਦਾ ਜਿਹੜਾ ਸਹਿਯੋਗ ਹੈ ਉਹ ਵੀ ਵਧਿਆ। ਤੇ ਦੂਸਰੀ ਤਰਫ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹਦਾ ਜਿਹੜਾ ਸੰਕਟ ਹੈ ਉਹ ਵੀ ਵਧਿਆ ਹੈਗਾ। ਤਾਂ ਹੁਣ ਤੱਕ ਦਾ ਜਿਹੜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪ੍ਰਾਪਤੀਆਂ ਦੀ ਗੱਲ ਕੀਤੀ ਹੈਗੀ ਕਿ ਕਿਸਾਨ ਅੰਦੋਲਨ ਦੀ ਪ੍ਰਾਪਤੀ ਕੀ ਰਹੀ ਜਾਂ ਇਹਦੀ ਅਪਡੇਟ ਹੁਣ ਤੱਕ ਦੀ ਕੀ ਹੈਗੀ ਹੈ, ਤਾਂ ਪਹਿਲੀ ਗੱਲ ਤਾਂ ਅਮਰਤ ਇਹ ਹੈਗਾ ਵੀ ਜਿੱਥੇ ਕਿਸਾਨ ਹੁਣ ਬੈਠੇ ਨੇ, ਤਾਂ ਕੇਂਦਰ ਸਰਕਾਰ ਇਸੇ ਗੱਲ 'ਚ ਉਲਝੀ ਹੋਈ ਹੈ ਕਿ ਇਹਨਾਂ ਨੂੰ ਜਗ੍ਹਾ ਕਿਹੜੀ ਦਿੱਤੀ ਜਾਵੇ। ਜਗ੍ਹਾ ਦੇ ਮਸਲੇ 'ਚ ਹੀ ਹਜੇ ਉਲਝਣ ਬਣੀ ਹੋਈ ਹੈ। ਜਿਹੜਾ ਸਾਡਾ ਮੂਲ ਮਸਲਾ ਹੈ ਉਹ ਹਜੇ ਸਾਡੇ ਸਿਰ ਤੇ ਖੜਾ ਹੈ। ਚੰਗਾ ਹੋਵੇ ਕਿ ਸਰਕਾਰ ਸਾਡੀ ਜਿਹੜੀ ਖੇਤੀ ਕਾਨੂੰਨਾਂ ਨੂੰ ਅਸੀਂ ਵਾਪਸ ਲੈਣ ਦੀ ਗੱਲ ਕਹਿ ਰਹੇ ਹਾਂ, ਕਿ ਉਹ ਆ ਕੇ ਅਨਾਊਂਸ ਕਰੇ ਕਿ ਜੀ ਤੁਹਾਡੇ ਖੇਤੀ ਕਾਨੂੰਨ ਅਸੀਂ ਵਾਪਸ ਲੈਣੇ ਆ। ਕਿਉਂਕਿ ਹੁਣ ਜਿਹੜਾ ਅੰਦੋਲਨ ਦਾ ਚਹਿਨ ਚੱਕਰ ਹੈ ਉਹ ਤਾਂ ਸੈਂਟਰ ਗਵਰਨਮੈਂਟ ਨੇ ਦੇਖ ਹੀ ਲਿਆ। ਆਉਣ ਵਾਲੇ ਦਿਨਾਂ 'ਚ ਜੇ ਹੋਰ ਅੜਿੱਕੇ ਖੜੇ ਕਰਦੀ ਹੈ ਸੈਂਟਰ ਗਵਰਨਮੈਂਟ, ਤਾਂ ਅੰਦੋਲਨ ਹੋਰ ਤੇਜ਼ ਹੋਏਗਾ ਤੇ ਅਲਟੀਮੇਟਲੀ ਇਹ ਸਰਕਾਰ ਲਈ ਕੋਈ ਨੌਬਤ ਵੀ ਵੱਡੀ ਬਣ ਸਕਦਾ ਜਿਹੜਾ ਅੰਦੋਲਨ, ਕਿਉਂਕਿ ਉਸ ਸਟੇਜ ਤੇ ਜਾ ਕੇ ਤੁਸੀਂ ਮੋਦੀ ਨੂੰ ਪਿੱਛੇ ਹਟਣਾ ਬਹੁਤ ਮੁਸ਼ਕਲ ਹੋ ਜਾਣਾ ਹੈ। ਤੇ ਚੰਗੀ ਗੱਲ ਹੈਗੀ ਜਿਸ ਤਰ੍ਹਾਂ ਕਿਸਾਨ ਵੀ ਇਹੀ ਸੋਚਦੇ ਹੈ ਕਿ ਉਹ ਜਗ੍ਹਾ ਨਾ ਸੋਚੇ ਕਿ ਕਿਹੜੀ ਜਗ੍ਹਾ ਦੇਣੀ ਹੈਗੀ ਹੈ, ਉਹ ਕਹੇ ਖੇਤੀ ਕਾਨੂੰਨ ਵਾਪਸ, ਤੇ ਸਾਰੇ ਜਿਹੜੇ ਕਿਸਾਨ ਹੈ ਉਹ ਆਪੋ ਆਪਣੇ ਘਰਾਂ ਨੂੰ ਆਉਣ। ਕਿਉਂਕਿ ਠੰਡ ਦਾ ਮੌਸਮ ਹੈ, ਉਹ ਵੀ ਇੱਕ ਬਹੁਤ ਵੱਡੀ ਜੰਗ ਦੀ ਤਰ੍ਹਾਂ ਲੜ ਰਹੀ। ਜਿਸ ਤਰ੍ਹਾਂ ਦੇ ਬੱਚੇ ਬਾਰਡਰਾਂ ਤੇ ਲੜ ਰਹੇ ਆ, ਉਹ ਵਿਚਾਰੇ ਦਿੱਲੀ ਦੇ ਵਿੱਚ ਲੜ ਰਹੇ ਨੇ। ਤਾਂ ਇਹ ਅਜੇ ਤੱਕ ਤਾਂ ਇਸੇ ਗੱਲ 'ਚ ਉਲਝਣ ਬਣੀ ਹੋਈ ਹੈ। ਤਾਂ ਇਸ ਗੱਲ ਤੋਂ ਕਿ ਨਾ ਇੱਕ ਅਮਰਤ ਮਸਲਾ ਇਹ ਖੜਾ ਹੋਇਆ, ਸਵਾਲ ਖੜੇ ਹੋਏ ਨੇ ਅਸਲ 'ਚ ਕਿ ਕਿਸਾਨ ਦਿੱਲੀ ਨੂੰ ਸੀਲ ਕਰਨ ਜਾਂ ਰਾਮਲੀਲਾ ਗਰਾਊਂਡ 'ਚ ਬੈਠਣ ਜਾਂ ਜੰਤਰ ਮੰਤਰ ਵਾਲੀ ਜਗ੍ਹਾ ਤੇ ਬੈਠਣ। ਤਾਂ ਕਈ ਗੱਲਾਂ ਇਹਦੇ ਵਿੱਚ ਚੱਲ ਰਹੀਆਂ ਨੇ, ਕਿਸਾਨ ਧਿਰਾਂ ਦੇ ਵਿੱਚ ਅੰਦਰ ਖਾਤੇ ਵੀ ਚੱਲ ਰਹੀਆਂ, ਜਾਂ ਸਾਡੀ ਜਿਹੜੀ ਪਬਲਿਕ ਹੈ ਉਹ ਸੋਚਦੀ ਹੈ। ਜਿਸ ਤਰ੍ਹਾਂ ਇਹ ਕਿਹਾ ਜਾ ਰਿਹਾ ਕਿ ਠੀਕ ਹੈ ਜੀ, ਹੁਣ ਮੌਕਾ ਆਇਆ ਕਿ ਜਿਸ ਤਰ੍ਹਾਂ ਪੰਜਾਬ ਦੀ ਇਹਨਾਂ ਨੇ ਆਰਥਿਕ ਨਾਕੇਬੰਦੀ ਕੀਤੀ ਸੀ, ਤਾਂ ਹੁਣ ਚੰਗੀ ਗੱਲ ਹੈਗੀ ਹੈ ਕਿ ਤੁਸੀਂ ਵੀ ਦਿੱਲੀ ਦੀ ਆਰਥਿਕ ਨਾਕੇਬੰਦੀ ਕਰੋ, ਕਿ ਦਿੱਲੀ ਨੂੰ ਜਿਹੜੇ ਘੇਰਾਬੰਦੀ ਕਰਨੀ ਚਾਹੀਦੀ ਹੈ ਦਿੱਲੀ ਦੀ। ਹੁਣ ਇੱਕ ਪੱਖ ਇਹ ਆ ਰਿਹਾ ਹੈਗਾ। ਦੂਸਰਾ ਪੱਖ ਇਹ ਆ ਰਿਹਾ, ਜਿਸ ਤਰ੍ਹਾਂ ਅੱਜ ਮੈਂ ਉੱਥੋਂ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਦੇ ਜਿਹੜੇ ਲੈਕਚਰ ਹੈਗੇ ਨੇ ਉਹ ਸੁਣੇ ਨੇ, ਜਿੰਨੇ ਹੁਣ ਤੱਕ ਦੇ ਲੈਕਚਰ ਸੁਣੇ ਨੇ, ਉਹਨਾਂ 'ਚ ਇਹ ਆ ਰਿਹਾ ਕਿ ਨਹੀਂ, ਸਾਨੂੰ ਜਿਹੜੀ ਜਗ੍ਹਾ ਅਸੀਂ ਮੰਗੀ ਹੈਗੀ ਹੈ, ਰਾਮਲੀਲਾ ਗਰਾਊਂਡ ਦਿੱਤਾ ਜਾਵੇ ਜਾਂ ਜੰਤਰ ਮੰਤਰ ਦਿੱਤਾ ਜਾਵੇ। ਉਹਨਾਂ ਦੀ ਗੱਲ ਕਿਸੇ ਹੱਦ ਤੱਕ ਜਾਇਜ਼ ਵੀ ਹੋ ਸਕਦੀ ਹੈ,
ਕਿਉਂਕਿ ਸਾਨੂੰ ਜਿਹੜੀ ਲੋਕਲ ਸਪੋਰਟ ਹੈ ਉਹ ਬੜੀ ਜ਼ਰੂਰਤ ਹੈਗੀ ਹੈ। ਕਿਉਂਕਿ ਜੇ ਇਹ ਅਸੀਂ ਆਰਥਿਕ ਨਾਕੇਬੰਦੀ ਉੱਥੋਂ ਦੀ ਕਰਦੇ ਹੈਗੇ ਆ, ਅਸੀਂ ਦਿੱਲੀ ਦੀ ਕਰਦੇ ਆ, ਦਿੱਲੀ ਮੀਨਸ ਕਿ ਅਸੀਂ ਉੱਥੋਂ ਦੇ ਲੋਕਾਂ ਦੀ ਕਰਦੇ ਆ, ਅਸੀਂ ਨਾਕੇਬੰਦੀ ਕਰਨ ਗਏ ਆ ਉੱਥੋਂ ਦੀ ਗਵਰਨਮੈਂਟ ਦੀ, ਸੈਂਟਰ ਗਵਰਨਮੈਂਟ ਦੀ ਕਰਨ ਗਏ ਆ, ਤਾਂ ਇਹ ਗੱਲ ਕਿਤੇ ਨਾ ਕਿਤੇ ਰਾਸ ਵੀ ਆ ਸਕਦੀ ਹੈ ਸੈਂਟਰ ਗਵਰਨਮੈਂਟ ਨੂੰ, ਕਿਉਂਕਿ ਸਾਨੂੰ ਲੋਕਲ ਜਿਹੜੀ ਸਪੋਰਟ ਹੈ ਉਹ ਜ਼ਰੂਰਤ ਹੈਗੀ ਹੈ। ਕਿਉਂਕਿ ਜੇ ਅਸੀਂ ਉੱਥੇ ਲੋਕਾਂ ਦੇ ਰਾਹ ਰੋਕ ਦੇਵਾਂਗੇ, ਜਿਸ ਤਰ੍ਹਾਂ ਉੱਥੇ ਕੋਈ ਬਾਹਰੋਂ ਸਬਜ਼ੀ ਆ ਰਹੀ ਹੈ, ਫਲ ਆ ਰਹੀ ਹੈ, ਦੁੱਧ ਆ ਰਿਹਾ ਲੋਕਾਂ ਦਾ, ਤਾਂ ਗਵਰਨਮੈਂਟ ਵੀ ਇਹ ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਕਹਿਣਾ ਸ਼ੁਰੂ ਕਰ ਦੇਗੀ, ਲੋਕਾਂ ਦੇ ਖਿਲਾਫ ਹੀ ਭੜਕਾਉਣਾ ਸ਼ੁਰੂ ਕਰ ਦੇਵੇਗੀ। ਇੱਕ ਅਰਬਨ ਰੂਰਲ ਵਾਲਾ ਮਸਲਾ ਵੀ ਗਵਰਨਮੈਂਟ ਹੈ ਜਿਹੜੀ ਉਹ ਖੜਾ ਕੀਤਾ ਜਾ ਸਕਦਾ ਹੈ। ਇਸ ਕਰਕੇ ਇਹ ਚਾਹੁੰਦੇ ਨੇ ਕਿ ਸਾਡੀ ਉੱਥੇ ਜਿਹੜੀ ਜਗ੍ਹਾ ਹੈ ਉਹ ਸਾਨੂੰ ਦਿੱਤੀ ਜਾਵੇ ਰਾਮਲੀਲਾ ਗਰਾਊਂਡ ਜਾਂ ਜੰਤਰ ਮੰਤਰ ਤੇ। ਤਾਂ ਮੈਨੂੰ ਇਹ ਲੱਗਦਾ ਹੈ ਅਮਰਤ ਕਿ ਇਹਦੇ ਨਾਲ ਇੱਕ ਕਿਸਾਨਾਂ ਦੀ ਜਿੱਤ ਵੀ ਹੋਏਗੀ, ਕਿਉਂਕਿ ਜਿਸ ਤਰ੍ਹਾਂ ਮੋਦੀ ਹੋਰਾਂ ਦਾ ਜਾਂ ਅਮਿਤ ਸ਼ਾਹ ਹੋਰਾਂ ਦਾ ਸੁਭਾਅ ਹੈ ਆਪਣਾ ਇੱਕ, ਕਿਉਂਕਿ ਉਹ ਜੰਤਰ ਮੰਤਰ ਔਰ ਰਾਮਲੀਲਾ ਗਰਾਊਂਡ ਦੀ ਦੋਨਾਂ ਦੀ ਪ੍ਰਵਾਨਗੀ ਆਲਰੇਡੀ ਕਿਸਾਨ ਜਥੇਬੰਦੀਆਂ ਨੇ ਮੰਗੀ ਸੀ ਰਿਟਨ ਦੇ ਵਿੱਚ, ਔਰ ਉਹਨਾਂ ਨੂੰ ਡਿਨਾਈ ਕਰ ਚੁੱਕੇ ਨੇ। ਪਰ ਜੇ ਹੁਣ ਉਹ ਇਸ ਗੱਲ ਨੂੰ ਮੰਨਦੇ ਨੇ ਕਿ ਠੀਕ ਹੈ ਜੀ ਅਸੀਂ ਤੁਹਾਨੂੰ ਰਾਮਲੀਲਾ ਗਰਾਊਂਡ ਜਾਣ ਦਿੰਨੇ ਹੈਗੇ ਆ, ਤਾਂ ਨੈਤਿਕ ਤੌਰ ਤੇ ਸੈਂਟਰ ਗਵਰਨਮੈਂਟ ਦੀ ਇੱਕ ਹਾਰ ਹੋਏਗੀ ਔਰ ਕਿਸਾਨਾਂ ਦੀ ਇੱਕ ਜਿੱਤ ਹੋਏਗੀ। ਤਾਂ ਉਹਦੇ ਵਿੱਚ ਇਹ ਪੈਂਤੜਾ ਵੀ ਲਿਆ ਜਾ ਸਕਦਾ ਹੈ ਕਿ ਤੁਸੀਂ ਜੰਤਰ ਮੰਤਰ ਤੇ ਬੈਠੋ ਜਾਂ ਰਾਮਲੀਲਾ ਗਰਾਊਂਡ 'ਚ ਬੈਠੋ, ਤੇ ਨਾਲ ਹੀ ਤੁਸੀਂ ਡੇਲੀ ਇੱਕ ਪ੍ਰੋਟੈਸਟ ਇਦਾਂ ਦਾ ਲਿਖੋ, ਸੰਕੇਤਕ ਤੌਰ ਤੇ ਘੰਟੇ ਦਾ ਹੋ ਸਕਦਾ ਹੈ, 2 ਘੰਟਿਆਂ ਦਾ ਹੋ ਸਕਦਾ ਹੈ, ਕਿ ਤੁਸੀਂ ਉਹਨਾਂ ਦੇ ਬਾਰਡਰ ਹੈ ਜਿਹੜੇ ਉਹ ਸੀਲ ਕਰੋ ਕੁਝ ਟਾਈਮ ਲਈ, ਤਾਂ ਕਿ ਲੋਕਾਂ ਨੂੰ ਪਤਾ ਵੀ ਲੱਗਦਾ ਰਹੇ। ਕਿਉਂਕਿ ਕੋਈ ਵੀ ਐਜੀਟੇਸ਼ਨ ਜਿਹੜੀ ਵੱਡੀ ਹੈ ਅਮਰਤ, ਉਹਦੀਆਂ ਕੁਝ ਬੇਸਿਕ ਜਿਹੜੀਆਂ ਧਾਰਨਾਵਾਂ ਹੁੰਦੀਆਂ ਨੇ ਜਾਂ ਬੇਸਿਕ ਰੂਲ ਕਹਿ ਲਈਏ ਆਪਾਂ ਬਣਾਏ ਹੋਏ ਹੁੰਦੇ ਨੇ। ਪਹਿਲੀ ਗੱਲ ਤਾਂ ਇਹੀ ਹੈਗਾ ਕਿ ਜੇ ਤੁਸੀਂ ਐਜੀਟੇਸ਼ਨ ਲੜੇ ਹੋ ਤਾਂ ਉਹਦੇ ਵਿੱਚ ਘੱਟੋ ਘੱਟ ਕਾਮਨ ਲੋਕਾਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ। ਹੁਣ ਸਾਡੇ ਪੰਜਾਬ ਦੇ ਵਿੱਚ 2 ਮਹੀਨੇ ਐਜੀਟੇਸ਼ਨ ਚੱਲੀ ਹੈ, ਤਾਂ ਉਹਦੀ ਪ੍ਰਾਪਤੀ ਦਾ ਇੱਕ ਵੱਡਾ ਜਾਂ ਲੋਕਾਂ ਦੀ ਸਪੋਰਟ ਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ, ਨੋ ਡਾਊਟ ਖੋਤੀ ਕਾਨੂੰਨਾਂ ਦੀ ਇੱਕ ਵੱਡੀ ਸੱਟ ਹੈ, ਹਰ ਕਿਸੇ ਚੁੱਲ੍ਹੇ ਚੌਂਕੇ ਨਾਲ ਜੁੜੀ ਹੋਈ ਸੱਟ ਹੈਗੀ ਹੈ, ਕਿਉਂਕਿ ਹਰ ਘਰ ਇਹਦੇ ਨਾਲ ਪ੍ਰਭਾਵਿਤ ਹੋਣਾ ਹੈਗਾ। ਤਾਂ ਲੋਕਾਂ ਨੇ ਸਹਿਯੋਗ ਕੀਤਾ ਕਿ ਸਾਡੇ ਸੜਕਾਂ ਨਹੀਂ ਰੁਕੀਆਂ ਕਿਤੇ ਵੀ, ਆਮ ਲੋਕ ਕਿਤੇ ਨਹੀਂ ਹਿੱਟ ਹੋਏ, ਟੋਲ ਪਲਾਜ਼ਿਆਂ ਤੇ ਕਿਸਾਨ ਬੈਠੇ ਪਰ ਲੰਘਣ ਦੇ ਵਿੱਚ ਕਿਸੇ ਨੂੰ ਰੋਕਿਆ ਨਹੀਂ ਜਾ ਰਿਹਾ। ਤਾਂ ਇਹੀ ਜਿਹੜੀ ਬਿਉਂਤਬੰਦੀ ਹੈ ਉੱਥੇ ਹੋ ਸਕਦੀ ਹੈ। ਤਾਂ ਐਜੀਟੇਸ਼ਨ ਇਹ ਮੰਗ ਵੀ ਕਰਦੀ ਹੈ ਕਿ ਕਾਮਨ ਪੀਪਲ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ, ਤੇ ਲੋਕਾਂ ਦੇ ਵਿੱਚ ਇਹ ਇੰਪ੍ਰੈਸ਼ਨ ਇੱਕ ਬਣਿਆ ਰਹਿਣਾ ਚਾਹੀਦਾ ਕਿ ਜਿਹੜੀ ਗੱਲ ਲੋਕ ਲੜ ਰਹੇ ਨੇ ਲੜਾਈ, ਉਹਨਾਂ ਤੇ ਇੱਕ ਜ਼ਿਆਦਤੀ ਹੋ ਰਹੀ ਹੈ। ਤੇ ਤੀਸਰਾ ਇਹ ਵੀ ਹੋਣਾ ਚਾਹੀਦਾ ਕਿ ਜਿਹੜਾ ਸਾਡਾ ਮੇਨ ਮੰਗ ਹੈ, ਮੂਲ ਮੰਗ ਹੈਗੀ ਹੈ, ਉਹਦੇ ਲਈ ਸਰਕਾਰ ਤੇ ਜਿਹੜਾ ਪ੍ਰੈਸ਼ਰ ਹੈ ਉਹ ਡੇ ਬਾਈ ਡੇ ਵਧਣਾ ਚਾਹੀਦਾ। ਤਾਂ ਇਹ ਚੰਗੀ ਗੱਲ ਹੋਏਗੀ ਕਿ ਉੱਥੇ ਜਿਹੜਾ ਸਾਨੂੰ ਜਗ੍ਹਾ ਜਿਵੇਂ ਜੇ ਦੇ ਦਿੰਦੇ ਨੇ, ਕਿਉਂਕਿ ਮੈਨੂੰ ਹੁਣ ਇਹ ਲੱਗਦਾ ਹੈਗਾ ਅਮਰਤ ਕੇ ਸੈਂਟਰ ਗਵਰਨਮੈਂਟ ਜਿਸ ਤਰ੍ਹਾਂ ਕਿਸਾਨਾਂ ਦਾ ਐਜੀਟੇਸ਼ਨ ਭਖੀ ਹੋਈ ਹੈ, ਔਰ ਜਿਸ ਤਰ੍ਹਾਂ ਦੀ ਮੂਵਮੈਂਟ ਨੈਸ਼ਨਲ ਲੈਵਲ ਤੇ ਬਣਨ ਲੱਗੀ ਹੈਗੀ ਹੈ, ਰਾਜਸਥਾਨ ਤੋਂ ਕਿਸਾਨ ਆ ਰਹੇ ਨੇ, ਮੱਧ ਪ੍ਰਦੇਸ਼ ਤੋਂ ਆ ਰਹੇ ਨੇ, ਅੱਜ ਉੱਥੇ ਇੱਕ ਨਾਕਾ ਜਿਹੜਾ ਤੋੜਿਆ ਹੈਗਾ, ਉਧਰ ਯੂਪੀ ਤੋਂ ਕਿਸਾਨ ਬਹੁਤ ਵੱਡੀ ਪੱਧਰ ਤੇ ਆ ਰਹੇ ਨੇ, ਕਿਉਂਕਿ ਹਰਿਆਣੇ ਦਾ ਕਿਸਾਨ ਆਲਰੇਡੀ ਸਾਡੇ ਨਾਲ ਜੁੜਿਆ ਹੋਇਆ ਸੀ। ਜਿਹੜੇ ਥੋੜੇ ਬਹੁਤੇ ਸੁਸਤ ਸੀਗੇ ਕਿ ਜਿਹੜੇ ਸਾਡੇ ਇੱਥੋਂ ਨਾਕੇ ਤੋੜ ਕੇ ਕਿਸਾਨ ਲੰਘੇ ਨੇ ਦਿੱਲੀ ਵੱਲ, ਤਾਂ ਉਹ ਇੱਕ ਜਿਸ ਤਰ੍ਹਾਂ ਪੋਲੀਟੀਕਲ ਲੋਕ ਰੋਡ ਸ਼ੋਅ ਕਰਕੇ ਇੱਕ ਇੰਪ੍ਰੈਸ਼ਨ ਖੜਾ ਕਰਦੇ ਨੇ, ਤਾਂ ਕਿਸਾਨਾਂ ਦੀ ਮੂਵਮੈਂਟ ਨੇ, ਕਿਸਾਨਾਂ ਦੇ ਕਾਫਲਿਆਂ ਨੇ, ਕਿਸਾਨਾਂ ਦੇ ਜੋਸ਼ ਨੇ, ਜਿਹੜੇ ਹਰਿਆਣੇ ਦੇ ਕਿਸਾਨ ਜਿਹੜੇ ਮਾੜੇ ਮੋਟੇ ਘਰਾਂ 'ਚ ਬੈਠੇ ਵੀ ਸੀ ਉਹਨਾਂ ਨੂੰ ਵੀ ਘਰਾਂ 'ਚੋਂ ਬਾਹਰ ਕੱਢਿਆ ਹੈਗਾ। ਇਸ ਤਰ੍ਹਾਂ ਯੂਪੀ ਵਾਲੇ, ਬਿਹਾਰ ਦੇ ਕਿਸਾਨ ਵੀ ਜਿਹੜੇ ਅੰਦੋਲਨ ਦੇ ਵਿੱਚ ਪਹੁੰਚੇ ਹੋਏ ਨੇ। ਤਾਂ ਕਾਫੀ ਸਟੇਟਾਂ ਜਿਹੜੀਆਂ ਹੁਣ ਜਾਗੀਆਂ ਨੇ ਪਹਿਲਾਂ ਨਾਲੋਂ, ਤੇ ਪੰਜਾਬ ਦੇ ਵਿੱਚੋਂ ਵੀ ਇੱਕ ਸੈਕੰਡ ਲਾਈਨ ਦੇ ਜਿਹੜੇ ਆਗੂ ਪੰਜਾਬ 'ਚ ਬੈਠੇ ਆ, ਉਹ ਵੀ ਬਾਰੀ ਸਿਰ ਉੱਥੇ ਉਹਨਾਂ ਨੇ ਜਾਣਾ ਹੈਗਾ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਸੈਂਟਰ ਇਸ ਵੇਲੇ ਅੰਡਰ ਪ੍ਰੈਸ਼ਰ ਹੈਗਾ, ਕਿਉਂਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਸੇਮ ਥਿੰਗ ਨੇ। ਤੇ ਉਹਨਾਂ ਦਾ ਜੇ ਅਮਿਤ ਸ਼ਾਹ ਕੋਈ ਗੱਲ ਕਹਿੰਦਾ, ਮਤਲਬ ਕਿ ਨਰਿੰਦਰ ਮੋਦੀ ਕਹਿੰਦਾ ਇੱਕ ਤਰੀਕੇ ਨਾਲ। ਅਮਿਤ ਸ਼ਾਹ ਦਾ ਇੱਕ ਕਿਸਾਨ ਆਗੂ ਨੂੰ ਫੋਨ ਕਰਨਾ ਔਰ ਇਹ ਅਪੀਲ ਕਰਨਾ ਕਿ ਤੁਸੀਂ ਬਰਾਰੀ ਦੇ ਵਿੱਚ ਚਲੇ ਜਾਓ, ਉਹਦਾ ਫੋਨ ਕਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਸੰਕੇਤ ਹੈ ਵੱਡਾ ਕਿ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਹੁਣ ਜਿਹੜੀ ਬੈਕਫੁੱਟ ਤੇ ਆ ਗਈ ਹੈਗੀ ਹੈ, ਅੰਡਰ ਪ੍ਰੈਸ਼ਰ ਆ ਗਈ ਹੈ। ਪਰ ਹੁਣ ਤਾਂ ਇਹ ਮਸਲਾ ਇਹ ਹੈ ਕਿ ਉਹ ਆਪਣਾ ਇੱਕ ਜਿਹੜਾ ਇਮੇਜ ਬਣਿਆ ਹੋਇਆ ਹੱਠ ਵਾਲਾ, ਜਿੱਦ ਵਾਲਾ, ਉਹ ਵੀ ਨਹੀਂ ਤੋੜਨਾ ਚਾਹੁੰਦੇ। ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈਗਾ ਨਾ, ਅਮਿਤ ਸ਼ਾਹ ਨੇ ਇੱਕ ਨਾਲ ਇਹ ਕੰਡੀਸ਼ਨ ਲਾ ਦਿੱਤੀ ਕਿ ਤੁਹਾਡੇ ਨਾਲ ਅਸੀਂ ਗੱਲਬਾਤ ਉਦੋਂ ਸ਼ੁਰੂ ਕਰਾਂਗੇ ਜਦੋਂ ਤੁਸੀਂ ਬਰਾਰੀ ਚਲੇ ਜਾਓਗੇ। ਇਹਦਾ ਮਤਲਬ ਕਿ ਤੁਹਾਡੇ ਦਿਮਾਗ 'ਚ ਕਿਤੇ ਨਾ ਕਿਤੇ ਹੱਠ ਅਜੇ ਵੀ ਜਿੱਦ ਪਈ ਹੈਗੀ ਹੈ, ਕਿਉਂਕਿ ਕੰਡੀਸ਼ਨ ਲਾਈ ਹੈ। ਕੰਡੀਸ਼ਨ ਵਾਲਾ ਮਾਹੌਲ ਇਸ ਵੇਲੇ ਹੈ ਨਹੀਂ, ਕਿਉਂਕਿ ਸਮੁੱਚੀ ਕਿਸਾਨੀ ਹੈ ਜਿਹੜੀ ਦੇਸ਼ ਦੀ, ਉਹ ਨਿਕਲੀ ਹੋਈ ਹੈ ਸੜਕਾਂ ਤੇ ਇਸ ਵੇਲੇ, ਮੈਂਟਲੀ ਤੌਰ ਤੇ ਬੜੀ ਪ੍ਰਪੇਅਰ ਹੈਗੀ ਹੈ। ਤਾਂ ਅੱਜ ਜਿਹੜੀਆਂ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਹੁਣ 10-15 ਮਿੰਟ ਤੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕਰਨੀ ਹੈਗੀ ਹੈ, ਉਹਨਾਂ ਨੇ ਟੋਟਲੀ ਇਹ ਗੱਲ ਰਿਜੈਕਟ ਕਰਤੀ ਕਿ ਅਸੀਂ ਬਰਾਰੀ ਨਹੀਂ ਜਾਵਾਂਗੇ।
ਔਰ ਈਵਨ ਜਿਹੜੀਆਂ ਕੁਝ ਉੱਥੇ ਕਿਸਾਨ ਪਹਿਲਾਂ ਬੈਠੇ ਵੀ ਨੇ ਨਾ 400-500 ਦੀ ਗਿਣਤੀ ਦੇ ਵਿੱਚ ਵੀ, ਉਹਨਾਂ ਨੂੰ ਵੀ ਉਹ ਵਾਪਸ ਇੱਧਰ ਲੈ ਕੇ ਆ ਰਹੇ ਹੈ। ਟਿਕਰੀ ਬਾਰਡਰ ਹੈ, ਸਿੰਘੂ ਬਾਰਡਰ ਹੈਗਾ, ਉੱਥੇ ਲੈ ਕੇ ਆ ਰਹੇ ਆ। ਤੇ ਉਹਨਾਂ ਨੇ ਫਿਲਹਾਲ ਇਹ ਪ੍ਰੋਗਰਾਮ ਲਿਖਿਆ ਹੈ ਕਿ ਅਸੀਂ ਬਾਰਡਰਾਂ ਤੇ ਹੀ ਬੈਠਾਂਗੇ, ਕਿਉਂਕਿ ਇਸ ਵੇਲੇ ਜੇ ਬਾਰਡਰਾਂ ਤੇ ਬਹਿੰਦੇ ਨੇ ਤਾਂ ਉਹਦਾ ਕਾਰਨ ਇੱਕ ਲੌਜੀਕ ਉਹਨਾਂ ਕੋਲ ਹੈਗਾ ਆਮ ਕਾਮਨ ਪੀਪਲ ਨੂੰ ਦੱਸਣ ਦੇ ਲਈ, ਜਾਂ ਕਾਮਨ ਪੀਪਲ ਇਹ ਗੱਲ ਸਮਝਦਾ ਵੀ ਹੈਗਾ, ਕਿਉਂਕਿ ਉਹਨਾਂ ਨੂੰ ਉਹ ਰਾਮਲੀਲਾ ਜਾਣਾ ਚਾਹੁੰਦੇ ਨੇ, ਜੰਤਰ ਮੰਤਰ ਜਾਣਾ ਚਾਹੁੰਦੇ ਆ, ਸਰਕਾਰ ਜਾਣ ਨਹੀਂ ਦੇ ਰਹੀ, ਤਾਂ ਉਹ ਕਹਿ ਸਕਦੇ ਨੇ ਕਿ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਬੈਠੇ, ਅਸੀਂ ਤੁਹਾਨੂੰ ਕਿਸੇ ਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸੀ, ਪਰ ਇਹ ਸੈਂਟਰ ਗਵਰਨਮੈਂਟ ਜ਼ਿਆਦਤੀ ਕਰ ਰਹੀ ਹੈ। ਤਾਂ ਆਉਣ ਵਾਲੇ ਦਿਨਾਂ 'ਚ ਇਕੱਲੀ ਜ਼ਿਆਦਤੀ ਨਹੀਂ, ਜਿਸ ਤਰ੍ਹਾਂ ਸ਼ੁਰੂ ਤੋਂ ਹੀ ਅੰਦੋਲਨ ਨੂੰ ਲੀਹੋ ਲਾਉਣ ਦੀ ਸੈਂਟਰ ਚਾਲ ਚੱਲ ਰਿਹਾ, ਜਾਂ ਇਹਨਾਂ ਦੀ ਸਟੇਟ ਭਾਜਪਾ ਦੀ ਲੀਡਰਸ਼ਿਪ ਹੈ, ਜਾਂ ਖੱਟਰ ਗਵਰਨਮੈਂਟ ਹੈਗੀ ਹੈ, ਕਿ ਜਿਸ ਤਰ੍ਹਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਿਸਾਨ ਹੈ ਜਿਹੜੇ ਉਹਨਾਂ ਨੇ ਨਾਕੇ ਤੋੜ ਦਿੱਤੇ ਨੇ, ਕਿ ਹਜੂਮ ਜਵਾਨੀ ਹੈ ਜਿਹੜੀ ਬੜੀ ਜੋਸ਼ ਦੇ ਵਿੱਚ ਹੈਗੀ, ਜਜ਼ਬਾ ਹੈ ਉਹਦੇ ਵਿੱਚ ਵੱਡਾ ਇੱਕ, ਤਾਂ ਉਦੋਂ ਬਾਅਦ ਉਹਨਾਂ ਨੇ ਕਿਸੇ ਨਾ ਕਿਸੇ ਰੂਪ 'ਚ ਇਹ ਸਾਰੇ ਐਜੀਟੇਸ਼ਨ ਨੂੰ ਵਾਇਲੈਂਟ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀਗੀ। ਉਹਨਾਂ ਨੂੰ ਲੱਗਦਾ ਸੀ ਕਿ ਜੇ ਐਜੀਟੇਸ਼ਨ ਵਾਇਲੈਂਟ ਹੋਏਗੀ ਤਾਂ ਇੱਕ ਵੱਡਾ ਮੌਕਾ ਮਿਲੇਗਾ ਐਜੀਟੇਸ਼ਨ ਨੂੰ ਲੰਬੇ ਕਰਨ ਦਾ, ਜਾਂ ਐਜੀਟੇਸ਼ਨ ਨੂੰ ਤੋੜਨ ਦਾ, ਜਾਂ ਉਹਦੇ 'ਚ ਇੱਕ ਰਿਫਟ ਪਾਉਣ ਦਾ। ਪਰ ਉਹ ਕਿਸਾਨ ਹੈ ਜਿਹੜੇ, ਉਹਨਾਂ ਨੇ ਇੱਕ ਬੜਾ ਐਤਕੀ ਜਾਬਤੇ 'ਚ ਰਹੇ ਨੇ, ਤੇ ਉਹ ਕਿਸੇ ਵੀ ਉਹਨਾਂ ਨੇ ਸੈਂਟਰ ਦੀ ਚਾਲ ਨੂੰ ਹੈ ਜਿਹੜਾ ਉਹ ਕਾਮਯਾਬ ਨਹੀਂ ਹੋਣ ਦਿੱਤਾ, ਕਿਉਂਕਿ ਦਿੱਲੀ ਗਏ ਤਾਂ ਉਹਨੇ ਏਡੀਆਂ ਵੱਡੀਆਂ ਖਾਈਆਂ ਪੁੱਟੀਆਂ, ਪੱਥਰ ਸੁੱਟੇ, ਤੇ ਉੱਥੇ ਕਿਸਾਨਾਂ ਨੇ ਬੜੇ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਸਾਰੀਆਂ ਚੀਜ਼ਾਂ ਨੂੰ ਪਾਰ ਕੀਤਾ ਹੈਗਾ। ਕਿਤੇ ਕਿਸੇ ਵੀ ਕਿਸਾਨ ਨੇ ਕੋਈ ਆਪਾਂ ਪੱਥਰਬਾਜ਼ੀ ਕੀਤੀ ਹੋਵੇ ਫੋਰਸ ਤੇ, ਕਿਤੇ ਕੋਈ ਇਦਾਂ ਦੀ ਸਾਨੂੰ ਖਬਰ ਹੈ ਜਿਹੜੀ ਸੁਣਨ ਨੂੰ ਨਹੀਂ ਮਿਲੀ ਹੈ। ਤੇ ਹੁਣ ਇੱਕ ਇਹ ਵੀ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਨੈਸ਼ਨਲ ਮੀਡੀਆ, ਜਿਵੇਂ ਬਹੁਤ ਸਾਰੇ ਇਹਨੂੰ ਇੱਕ ਲਕਬ ਦਿੰਦੇ ਨੇ ਕਿ ਗੋਦੀ ਮੀਡੀਆ ਹੈਗਾ, ਤਾਂ ਉਹਦੇ ਵਿੱਚ ਵੀ ਜਿਹੜੀ ਗੱਲ ਆ ਰਹੀ ਹੈ ਉਹਦੇ ਤੋਂ ਵੀ, ਕਿਉਂਕਿ ਰੀਪ੍ਰੈਜ਼ੈਂਟ ਹੈ ਜਿਹੜਾ ਮੀਡੀਆ ਜਿਹੜਾ ਨੈਸ਼ਨਲ ਲੈਵਲ ਤੇ ਕਾਫੀ ਵੱਡਾ ਹਿੱਸਾ ਹੈ ਜਿਹੜਾ, ਉਹ ਮੋਦੀ ਗਵਰਨਮੈਂਟ ਨੂੰ ਰੀਪ੍ਰੈਜ਼ੈਂਟ ਕਰ ਰਿਹਾ ਇੱਕ ਤਰ੍ਹਾਂ, ਉਹ ਲੋਕਾਂ ਨੂੰ ਰੀਪ੍ਰੈਜ਼ੈਂਟ ਨਹੀਂ ਕਰ ਰਿਹਾ। ਕਿਉਂਕਿ ਮੀਡੀਆ ਤੇ ਜਿਹੜੀਆਂ ਚੀਜ਼ਾਂ ਆ ਰਹੀਆਂ ਨੇ ਉਹ ਸਾਨੂੰ ਪਤਾ ਹੈ ਕਿ ਉਹ ਸਾਰੀ ਉਹ ਜਿਹੜੀ ਗਵਰਨਮੈਂਟ ਦੇ ਦਿਮਾਗ ਹੈ, ਉਹ ਦਿਮਾਗ ਦੇ ਵਿੱਚ ਪਈਆਂ ਚੀਜ਼ਾਂ ਮੀਡੀਆ ਬਾਹਰ ਲੈ ਕੇ ਆ ਰਿਹਾ ਹੈਗਾ, ਕਿ ਜਿਸ ਤਰ੍ਹਾਂ ਉਸ ਨੂੰ ਕਹਿ ਰਿਹਾ ਕਿ ਗਰਮ ਦਲੀਆਂ ਦੀ ਇਹਨੂੰ ਟੋਟਲ ਸਪੋਰਟ ਹੈ, ਕਿ ਉਸ ਨੂੰ ਇੱਕ ਬਲਗਨਾ ਦੇ ਵਿੱਚ ਬੰਨ੍ਹ ਕੇ ਰੱਖ ਦਿੱਤਾ ਜਾਵੇ। ਇੱਕ ਹਿੰਦੂ ਸਿੱਖ ਵਾਲਾ ਵੀ ਮਸਲਾ ਖੜਾ ਕਰ ਦਿੱਤਾ ਹੈ, ਸਿੱਖ ਇਹ ਕਰ ਰਹੇ, ਸਿੱਖ ਉਹ ਕਰ ਰਹੇ ਨੇ, ਜਾਂ ਉਹਨਾਂ ਨੂੰ ਕਹਿ ਰਹੇ ਕਿ ਖਾਲਿਸਤਾਨੀ ਇਹਦੇ ਪਿੱਛੇ, ਮਤਲਬ ਉਹਨੂੰ ਤਾਰਪੀ ਟੋਕੀ ਜਾਂ ਸਾਬੋਤਾਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੋਟਲ ਐਜੀਟੇਸ਼ਨ ਨੂੰ। ਆਉਣ ਵਾਲੇ ਟਾਈਮ ਦੇ ਵਿੱਚ ਸੈਂਟਰ ਗਵਰਨਮੈਂਟ ਹੈ ਜਿਹੜੀ ਇਸ ਕਿਸਮ ਦੇ ਹੋਰ ਵੀ ਪੱਤੇ ਜਿਹੜੀ ਚੱਲ ਸਕਦੀ ਹੈ, ਜਿਸ ਕਰਕੇ ਕਿਸਾਨਾਂ ਨੂੰ ਇਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਜੀ ਬਿਲਕੁਲ ਸਰ, ਤੁਸੀਂ ਦੱਸਿਆ ਹੀ ਹੈ ਕਿ ਹਾਂ ਵੀ ਕੇਂਦਰ ਜੋ ਹੈ ਇੰਨੇ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਇਸ ਸੰਘਰਸ਼ ਨੂੰ ਸਾਬੋਤਾਜ ਕੀਤਾ ਜਾ ਸਕੇ, ਜਾਂ ਫਿਰ ਬੜੀ ਤਰ੍ਹਾਂ ਦੇ ਪੱਤੇ ਖੇਡੇ ਜਾ ਰਹੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਦੀਆਂ ਚਾਲਾਂ ਦੇ ਵਿੱਚ ਆ ਕੇ ਕਿਤੇ ਕਿਸਾਨ ਸੰਘਰਸ਼ ਤੋਂ ਫਿਸਲ ਤੇ ਨਹੀਂ ਜਾਣਗੇ? ਨਹੀਂ, ਮੈਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਦਾ ਹੁਣ ਮੈਂ ਪਿਛਲੇ 2-2.5 ਮਹੀਨੇ ਤੋਂ ਕਵਰ ਵੀ ਕੀਤਾ ਜਾ ਰਿਹਾ ਹੈ ਕਿਸਾਨ ਅੰਦੋਲਨ, ਮਨ ਇਸ ਤੋਂ ਨਹੀਂ ਲੱਗਦਾ ਕਿ ਅੰਦੋਲਨ ਹੈ ਜਿਹੜਾ ਥਿੜਕੇਗਾ, ਕਿਉਂਕਿ ਇਸ ਅੰਦੋਲਨ ਨੇ ਬੜੀਆਂ ਚੀਜ਼ਾਂ ਨਵੀਆਂ ਸਾਡੇ ਸਾਹਮਣੇ ਲਿਆਂਦੀਆਂ ਨੇ। ਇੱਕ ਬੜੀ ਸਾਨੂੰ ਕੁਆਲੀਟੇਟਿਵ ਜਿਹੜੀ ਚੇਂਜ ਹੈ ਉਹ ਇਸ ਅੰਦੋਲਨ 'ਚੋਂ ਦੇਖਣ ਨੂੰ ਮਿਲ ਰਹੀ ਹੈਗੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਲੋਕ ਜਿਸ ਪੱਧਰ ਦੇ ਅਵੇਅਰ ਹੋਏ ਨੇ, ਕਿਉਂਕਿ ਪਹਿਲਾਂ ਅਸੀਂ ਦੇਖਦੇ ਰਹੇ ਹਾਂ, ਪੋਲੀਟੀਕਲ ਰੈਲੀਆਂ 'ਚ ਵੀ ਜਾਂਦੇ ਰਹੇ ਹਾਂ, ਜਾਂ ਐਜੀਟੇਸ਼ਨਾਂ ਵੀ ਕਵਰ ਕਰਦੇ ਰਹੇ ਹਾਂ। ਨਾਰਮਲੀ ਕੀ ਹੁੰਦਾ ਕਿ ਜਿਹੜੇ ਅਗਲੇ ਨੇਤਾ ਹੁੰਦੇ ਪਿੰਡ ਦੇ 5-7, ਉਹਨਾਂ ਨੂੰ ਪਤਾ ਹੁੰਦਾ ਮਸਲੇ ਦਾ, ਤੇ ਪਿੱਛੇ ਜਿਹੜੀ ਭੀੜ ਜਾਂਦੀ ਹੁੰਦੀ ਹੈ ਬੱਸ 'ਚ ਬੈਠ ਕੇ, ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੁੰਦਾ। ਉਹਨਾਂ ਨੂੰ ਤਾਂ ਇਹ ਪਤਾ ਹੁੰਦਾ ਜੀ ਕਿ ਅਕਾਲੀਆਂ ਦੀ ਰੈਲੀ ਹੈ, ਕਾਂਗਰਸੀਆਂ ਦੀ ਰੈਲੀ ਹੈ, ਜਾਂ ਪਤਾ ਹੁੰਦਾ ਕਿ ਜੀ ਅਸੀਂ ਤਾਂ ਅੱਜ ਫਲਾਨੇ ਜਿਹੜਾ ਹੈ ਦਾਣਾ ਮੰਡੀ 'ਚ ਧਰਨਾ ਮਾਰਨਾ ਹੈ, ਜਾਂ ਸੜਕ ਜਾਮ ਕਰਨੀ ਹੈ, ਕਿਉਂ ਕਰਨੀ ਇਹ ਨਹੀਂ ਪਤਾ ਹੁੰਦਾ। ਪਰ ਇੱਥੇ ਬੜੀ ਡੈਪਥ ਦੇ ਵਿੱਚ ਲੋਕਾਂ ਨੂੰ, ਹਰ ਬੰਦਾ ਜਿਹੜਾ ਦਿੱਲੀ ਦੇ ਬਾਰਡਰਾਂ ਤੇ, ਪੰਜੇ ਬਾਰਡਰਾਂ ਤੇ ਜਿਹੜਾ ਵੀ ਆਦਮੀ ਬੈਠਾ ਹੈ, ਜਿਹੜਾ ਵੀ ਉੱਥੇ ਕੋਈ ਔਰਤ ਬੈਠੀ ਹੈ, ਕੋਈ ਲੜਕੀ ਬੈਠੀ ਹੈ, ਕੋਈ ਲੜਕਾ ਬੈਠਾ ਹੈ, ਉਹ ਇਸ ਗੱਲ ਤੋਂ ਜਾਣੂ ਨੇ। ਉਹਨਾਂ ਨੂੰ ਪਤਾ ਹੈ ਕਿ ਸਾਡਾ ਏਜੰਡਾ ਕੀ ਹੈ, ਅਸੀਂ ਕਿਉਂ ਆਏ ਹਾਂ ਇੱਥੇ, ਤੇ ਸਾਡੇ ਮਸਲੇ ਦਾ ਹੱਲ ਹੋਣਾ ਕਿਵੇਂ ਹੈ। ਉਹ ਬੜੀ ਤਹਿ ਤੱਕ, ਡੈਪਥ ਤੱਕ ਜਾਣੂ ਨੇ। ਉਹਨਾਂ ਨੂੰ ਇਹ ਵੀ ਇਲਮ ਹੈ ਕਿ ਸਾਡੇ ਮਸਲੇ ਦਾ ਹੱਲ ਕਿਵੇਂ ਹੋਏਗਾ। ਇੱਕ ਗੱਲ ਤਾਂ ਇਹ ਹੈ ਕਿ ਅਵੇਅਰਨੈਸ ਦਾ ਜਿਹੜਾ ਲੈਵਲ ਹੈ ਉਹ ਕਾਫੀ ਅਪ ਹੋਇਆ ਹੈ ਐਜੀਟੇਸ਼ਨ ਦੇ ਵਿੱਚ। ਦੂਸਰਾ ਹੈ ਕਿ ਲੋਕ ਮਾਨਸਿਕ ਤੌਰ ਤੇ ਬੜੇ ਤਿਆਰ ਨੇ। ਹੁਣ ਜਿੰਨੇ ਵੀ ਉੱਥੇ ਮੀਡੀਆ ਵਾਲੇ, ਸੋਸ਼ਲ ਮੀਡੀਆ ਦੇ ਲੋਕ ਆ ਜਿਹੜੇ ਉੱਥੇ ਉਹਨਾਂ ਨਾਲ ਗੱਲ ਕਰਦੇ ਨੇ ਐਜੀਟੇਸ਼ਨ 'ਚ ਪਹੁੰਚੇ ਲੋਕਾਂ ਦੇ, ਤਾਂ ਉਹ ਸਾਰੇ ਇਸ ਗੱਲ ਨੂੰ ਕਹਿੰਦੇ ਨੇ। ਕੋਈ ਕਹਿੰਦਾ ਕਿ ਅਸੀਂ 3 ਮਹੀਨਿਆਂ ਦਾ ਜਿਹੜਾ ਰਾਸ਼ਨ ਹੈ ਉਹ ਆਪਣੇ ਨਾਲ ਲੈ ਕੇ ਆਏ ਹੋਏ ਆ, ਕੋਈ ਕਹਿੰਦਾ ਜੀ 6 ਮਹੀਨਿਆਂ ਦਾ ਰਾਸ਼ਨ ਅਸੀਂ ਆਪਣੇ ਨਾਲ ਲੈ ਕੇ ਆਏ ਹਾਂ। ਇਹਦਾ ਮਤਲਬ ਹੈ ਕਿ ਮੈਂਟਲੀ ਤੌਰ ਤੇ ਪ੍ਰਪੇਅਰ ਹੈ। ਕਿ ਸਰਕਾਰ ਨੂੰ ਇਹ ਗੱਲ ਵੀ ਨੋਟਿਸ ਕਰਨੀ ਚਾਹੀਦੀ ਹੈ ਕਿ ਕਿਸੇ ਨੂੰ ਇਹ ਨਹੀਂ ਲੱਗਦਾ, ਕਿ ਕਿਸੇ ਨੂੰ ਜਾਣ ਦੀ ਕਾਹਲੀ ਨਹੀਂ ਲੱਗਦੀ। ਪਿੱਛੇ ਉਹਨਾਂ ਦੇ ਬਹੁਤੇ ਪਰਿਵਾਰ ਤਾਂ ਇਹ ਹੈ ਅੰਮ੍ਰਿਤ, ਕਿ ਉਹਨਾਂ ਦੇ ਘਰ ਦੇ ਵਿੱਚ ਪਿੱਛੇ ਇੱਕ ਜੀ ਪਿੱਛੇ ਰਹਿ ਗਿਆ ਜਿਹੜਾ ਪਸ਼ੂ ਸੰਭਾਲਦਾ ਹੈ, ਬਾਕੀ ਸਾਰੇ ਜੀ ਉੱਥੇ ਚਲੇ ਗਏ। ਮੈਨੂੰ ਕਈ ਮਾਨਸਾ ਜ਼ਿਲ੍ਹੇ 'ਚੋਂ ਪਤਾ ਲੱਗਿਆ ਕਿ ਕੁਝ ਔਰਤਾਂ ਨੇ ਖੇਤਾਂ ਦੇ ਵਿੱਚ ਖੁਦ ਪਾਣੀ ਲਗਾਇਆ ਹੈ
ਇਹ ਮਤਲਬ ਸਾਰਾ ਸਪੋਰਟ ਹੋ ਰਿਹਾ ਹੈ ਉਹਨਾਂ ਨੂੰ ਮਾਨਸਿਕ ਤੌਰ ਤੇ। ਹਰ ਕਿਸਾਨ ਹੈ ਜਿਹੜਾ ਅਵੇਅਰ ਹੈਗਾ ਤੇ ਤਿਆਰ ਹੈਗਾ ਲੜਾਈ ਲੜਨ ਨੂੰ, ਲੰਬੀ ਚਾਹੇ ਇਹ ਸੈਂਟਰ ਨੂੰ ਹੁਣ ਚੌਕਸ ਰਹਿਣਾ, ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਹੈਗਾ। ਤੇ ਤੀਸਰੀ ਗੱਲ ਇਹ ਹੈਗੀ ਹੈ ਕਿ ਉਹਨਾਂ ਨੂੰ ਕਿਸੇ ਸਾਜ਼ਿਸ਼ਾਂ ਦੇ ਵਿੱਚ ਨਹੀਂ ਫਸ ਰਹੇ। ਹਾਂਜੀ, ਜਿੰਨੀਆਂ ਵੀ ਹੁਣ ਤੱਕ ਚਾਲਾਂ ਚੱਲੀਆਂ ਹੈ, ਚਾਹੇ ਫਿਰਕੂ ਪੱਤਾ ਪੰਜਾਬ ਦੇ ਵਿੱਚ ਖੇਡਿਆ ਗਿਆ, ਠੀਕ ਹੈ, ਦਲਿਤ ਪੱਤਾ ਖੇਡਿਆ ਗਿਆ, ਤੇ ਦੂਸਰੇ ਕਾਰੋਬਾਰੀ ਲੋਕਾਂ ਨੂੰ ਕਿਸਾਨਾਂ ਦੇ ਉਲਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਵੇਂ ਹੁਣ ਵਾਇਓਲੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਹਰ ਪੱਤਾ ਜਿਹੜਾ ਉਹਨਾਂ ਨੇ ਕਿਸਾਨਾਂ ਨੇ ਜਿਹੜਾ ਫੇਲ ਕੀਤਾ, ਸਾਜ਼ਿਸ਼ਾਂ ਬਾਰੇ ਪਤਾ ਹੈਗਾ। ਇੱਕ ਤੁਸੀਂ ਇਹ ਦੇਖਣਾ ਕਿ ਪੋਲੀਟੀਕਲ ਲੋਕਾਂ ਤੋਂ ਇੱਕੋ ਜਿੰਨੀ ਦੂਰੀ ਬਣਾਈ ਹੋਈ ਹੈ। ਚਾਹੇ ਕੋਈ ਵੀ ਕਿਸਾਨ ਧਿਰ ਹੈ, ਜਿੱਥੇ ਵੀ ਪੋਲੀਟੀਕਲ ਆਦਮੀ ਕੋਈ ਜਾਂਦਾ ਹੈਗਾ, ਲੀਡਰ ਜਾਂਦਾ ਹੈਗਾ, ਉਸ ਨੂੰ ਪਾਸੇ ਧੱਕਿਆ ਜਾ ਰਿਹਾ ਹੈ ਕਿ ਨਹੀਂ, ਕਿ ਪੋਲੀਟੀਕਲ ਬੰਦਿਆਂ ਨੂੰ ਅਸੀਂ ਬੋਲਣ ਨਹੀਂ ਦੇਣਾ। ਇਹਦਾ ਮਤਲਬ ਕਿ ਤੁਸੀਂ ਬੜੇ ਅਵੇਅਰ ਹੈਗੇ ਹੋ ਤੇ ਇੱਕ ਪੂਰੇ ਡਿਸਪਲਿਨ ਦੇ ਨਾਲ ਸਾਰੀ ਚੀਜ਼ ਨੂੰ ਚਲਾ ਰਹੇ ਹੈਗੇ ਹੋ। ਬਾਕੀ ਉਹਨਾਂ ਨੂੰ ਅਮਰਤ ਪੰਜਾਬ ਦੇ ਵਿੱਚੋਂ ਜਿਸ ਕਿਸਮ ਦੀ ਸਪੋਰਟ ਮਿਲ ਰਹੀ ਹੈ, ਇੱਕ ਸੈਕੰਡ ਲਾਈਨ ਦੀ ਲੀਡਰਸ਼ਿਪ ਹੈ ਜਾਂ ਆਗੂ ਹੈ ਪੰਜਾਬ ਦੇ ਵਿੱਚ ਵੀ, ਜਿਹੜੇ ਸਾਰੇ ਟੋਲ ਪਲਾਜ਼ਾ ਉਹ ਵੀ ਅੱਜ ਰੋਕੇ ਵੀ ਨਹੀਂ ਕਿਸਾਨਾਂ ਨੇ। ਪੰਜਾਬ ਦੇ ਵਿੱਚੋਂ ਬੜੀ ਵੱਡੀ ਪੱਧਰ ਤੇ ਰਾਸ਼ਨ ਜਾ ਰਿਹਾ ਹੈਗਾ, ਹੋਰ ਤਬਕੇ ਸਹਿਯੋਗ ਕਰ ਰਹੇ ਹੈ। ਹਰਿਆਣਾ ਦੇ ਵਿੱਚੋਂ ਬੜਾ ਉਹਨਾਂ ਨੂੰ ਸਹਿਯੋਗ ਮਿਲ ਰਿਹਾ ਹੈ। ਦਿੱਲੀ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਹੈ ਉਹ ਕੱਲ ਤੋਂ ਬੜੇ ਉੱਥੇ ਪਹੁੰਚਣੇ ਸ਼ੁਰੂ ਹੋ ਗਏ ਨੇ। ਉੱਥੇ ਦਿੱਲੀ ਯੂਨੀਵਰਸਿਟੀ ਦਾ ਇੱਕ ਸਕਾਲਰ ਹੈ ਲੜਕਾ ਰਾਜਦੀਪ, ਉਹ ਆਪਣੀ ਟੀਮ ਨਾਲ ਉੱਥੇ ਡੇਲੀ ਜਾਂਦਾ ਹੈਗਾ ਤੇ ਲੋਕਾਂ ਨੂੰ ਸਪੋਰਟ ਵੀ ਕਰਦਾ ਹੈਗਾ। ਉੱਥੋਂ ਜਿਹੜੇ ਵਪਾਰੀ ਤਬਕਾ ਹੈ, ਉੱਥੋਂ ਕੋਈ ਕੰਬਲ ਦੇ ਰਿਹਾ ਹੈ, ਕੋਈ ਲੰਗਰ ਲਿਆ ਰਿਹਾ ਹੈਗਾ। ਹਾਲਾਂਕਿ ਉਹਨਾਂ ਕੋਲ ਕਿਸਾਨਾਂ ਕੋਲ ਆਪਣਾ ਸਾਰਾ ਰਾਸ਼ਨ ਪਾਣੀ ਹੈਗਾ। ਉੱਥੇ ਕਈ ਅਰਜਨਾ ਅਵਾਰਡੀ ਵੀ ਅੱਜ ਦੇਖਣ ਨੂੰ ਮਿਲੇ, ਉੱਥੇ ਆਏ ਹੋਏ ਸੀਗੇ। ਤੇ ਕਿਸੇ ਪੈਟਰੋਲ ਪੰਪ ਵਾਲੇ ਨੇ ਕਿਹਾ ਕਿ ਅਸੀਂ ਤੇਲ ਫ੍ਰੀ ਪਾਵਾਂਗੇ ਜੀ। ਕੋਈ ਕਹਿ ਰਿਹਾ ਉੱਥੇ ਮਕੈਨਿਕ ਪਹੁੰਚੇ ਹੋਏ ਨੇ ਆਪਣੇ ਆਪ ਮੁਹਾਰੇ ਕਿ ਜੇ ਕਿਸੇ ਦਾ ਟਰੈਕਟਰ ਖਰਾਬ ਹੁੰਦਾ ਤਾਂ ਅਸੀਂ ਠੀਕ ਕਰਾਂਗੇ। ਤਾਂ ਪਿੱਛੇ ਜਿਹੜੀ ਅੱਜ ਜਿਹੜੀ ਘਟਨਾ ਹੋਈ ਹੈ, ਇੱਕ ਉਹ ਵਿਚਾਰਾ ਟਰੈਕਟਰ ਮਕੈਨਿਕ ਸੀ ਜਿਹੜਾ ਮਰ ਗਿਆ ਵਿਚਾਰਾ, ਉੱਥੇ ਜੀ ਡੈਥ ਹੋਈ ਹੈ। ਜਨਕ ਰਾਜ ਕੋਈ ਇੱਧਰ ਬਰਨਾਲੇ ਜ਼ਿਲ੍ਹੇ ਦਾ ਸੀਗਾ ਲੜਕਾ। ਤਾਂ ਹਰ ਤਬਕਾ ਜਿਹੜਾ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਸਪੋਰਟ ਦੇ ਵਿੱਚ ਜੁੜਿਆ ਹੋਇਆ ਹੈ। ਤੇ ਇਹ ਨਹੀਂ ਕਿ ਇਹ ਇਕੱਲਾ ਰੂਰਲ ਦਾ ਮਸਲਾ ਹੈਗਾ। ਪੰਜਾਬ ਦੇ ਜਿਵੇਂ ਨਾਰਮਲੀ ਇਹ ਕਿਹਾ ਜਾਂਦਾ ਕਿ ਜੀ ਸਾਰੇ ਕਿਸਾਨ ਇਕੱਠਾਂ 'ਚ ਜਿਹੜੇ ਕਿਸਾਨ ਦਿਖਦੇ ਨੇ ਤੇ ਜਿਹੜੇ ਹਿੱਟ ਇਹਨਾਂ ਖੇਤੀ ਕਾਨੂੰਨਾਂ ਨਾਲ ਕਿਹਾ ਤਾਂ ਇਹ ਜਾਂਦਾ ਕਿ ਸਾਰੇ ਤਬਕੇ ਹਿੱਟ ਹੋਣਗੇ, ਆੜਤੀਆ ਵੀ ਹਿੱਟ ਹੋਏਗਾ, ਵਪਾਰੀ ਵੀ ਹਿੱਟ ਹੋਏਗਾ, ਸਾਰੇ ਕਾਰੋਬਾਰ। ਬਾਕੀ ਕਿਉਂ ਨਹੀਂ ਆ ਰਹੇ? ਕਿਉਂਕਿ ਬਾਕੀ ਕਾਰੋਬਾਰੀ ਲੋਕਾਂ ਦਾ ਹਮੇਸ਼ਾ ਹੀ ਇਹ ਸੁਭਾਅ ਰਿਹਾ ਕਿ ਕਦੇ ਵੀ ਨਾ ਕਿਸੇ ਫਰੰਟ ਤੇ ਨਹੀਂ ਰਹੇ। ਜਿਹੜੇ ਸ਼ਹਿਰੀ ਲੋਕ ਹੈ ਤੇ ਉਹ ਆਪਣੇ ਲੈਵਲ ਨਾਲ ਸਪੋਰਟ ਕਰ ਰਹੇ ਨੇ। ਕੋਈ ਲੰਗਰ ਲਾ ਰਿਹਾ ਹੈ, ਕੋਈ ਕਿਸੇ ਕਿਸਮ ਦਾ ਕੋਈ ਫੰਡ ਦੇ ਰਿਹਾ ਹੈਗਾ। ਤੇ ਈਵਨ ਜਿਹੜੇ ਇੰਟਰਨੈਸ਼ਨਲ ਮੀਡੀਆ ਹੁਣ ਤਾਂ ਉਹਦੇ ਵਿੱਚ ਵੀ ਕਿਸਾਨੀ ਹੈ ਜਿਹੜੀ ਉਹ ਇੱਕ ਤਰ੍ਹਾਂ ਨਾਇਕ ਦੀ ਤਰ੍ਹਾਂ ਉੱਭਰੀ ਹੈਗੀ ਹੈ। ਠੀਕ ਹੈ, ਸਾਡੇ ਨੈਸ਼ਨਲ ਲੈਵਲ ਤੇ ਚੈਨਲ ਇਦਾਂ ਦਾ ਦਿਖਾ ਰਹੇ ਨੇ, ਪਰ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਬੜਾ ਸਪੋਰਟ ਮਿਲ ਰਿਹਾ ਹੈਗਾ, ਜਿਸ ਕਰਕੇ ਉੱਥੇ ਕਿਸਾਨਾਂ ਦਾ ਅਵੇਅਰਨੈਸ ਲੈਵਲ ਦੇਖੋ ਅਮਰਤ, ਕਿ ਉੱਥੇ ਜੇ ਕੋਈ ਦੂਸਰੇ ਮੀਡੀਆ ਵਾਲੇ ਆਂਦੇ ਵੀ ਨੇ, ਕੋਈ ਚੈਨਲ ਜਿਹੜੇ ਗੋਦੀ ਮੀਡੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਤਾਂ ਉਹ ਬੜੀ ਕਲੀਅਰ ਨੇ। ਉਹਨਾਂ ਨੂੰ ਕਹਿੰਦੇ ਕਿ ਤੁਸੀਂ ਚਲੇ ਜਾਓ ਜੀ। ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ, ਕੋਈ ਮਤਲਬ ਬੇਖੌਫ ਆਏ ਨੇ। ਤੇ ਜਿਵੇਂ ਸਾਡੇ ਐਡੀਟਰ ਸਾਹਿਬ ਸਵਰਾਜ ਵੀਰ ਹੋਰਾਂ ਨੇ ਅੱਜ ਲਿਖਿਆ ਵੀ ਹੈਗਾ ਕਿ ਜਿਹੜੇ ਬੇਖੌਫ ਲੋਕ ਹੁੰਦੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ ਫਿਰ ਉਹ ਨਾ। ਜਿਵੇਂ ਆਪਾਂ ਕਿ ਕਮਾਈ ਕਹਿੰਦੀ ਸੀ ਬਰਨਾਲੇ ਵੱਲ ਦੀ ਕੱਟੂ ਦੀ ਕਿ ਜੀ ਮੈਂ ਤਾਂ ਸਿਰ ਤੇ ਜਿਹੜੀ ਕਫਨ ਬੰਨ੍ਹ ਕੇ ਆਏ ਹੋਏ ਆ ਅਸੀਂ, ਤਾਂ ਉਹਨਾਂ ਦਾ ਤੁਸੀਂ ਕੀ ਵਿਗਾੜ ਲਓਗੇ? ਨੰਗੇ ਬੰਦੇ ਦਾ ਕੀ ਉਤਾਰਿਆ ਜਾ ਸਕਦਾ ਜਿਹੜਾ ਪਹਿਲਾਂ ਹੀ ਸੜਕ ਤੇ ਹੈਗਾ? ਤਾਂ ਇਹ ਜਿਸ ਤਰ੍ਹਾਂ ਦੀ ਸਪੋਰਟ ਮਿਲ ਰਹੀ ਹੈ, ਤਾਂ ਮੈਨੂੰ ਤਾਂ ਇਹ ਲੱਗਦਾ ਕਿ ਹੁਣ ਤੱਕ ਸਾਰੇ ਸੰਘਰਸ਼ ਦੇ ਵਿੱਚੋਂ ਕਿਸਾਨਾਂ ਨੇ ਗੇਨ ਹੀ ਕੀਤਾ, ਬਲਕਿ ਸਾਨੂੰ ਨਵੇਂ ਭਵਿੱਖ ਨੂੰ ਵੀ ਇਹ ਅੰਦੋਲਨ ਹੈ ਜਿਹੜਾ ਇੱਕ ਨਵੇਂ ਤਰ੍ਹਾਂ ਦਾ ਰਾਹ ਦਿਖਾਏਗਾ। ਜੀ ਬਿਲਕੁਲ। ਹਾਂਜੀ ਸਰ, ਮਤਲਬ ਹਰ ਤਬਕਾ ਤੇ ਕਿਸਾਨਾਂ ਦੀ ਪਿੱਠ ਤੇ ਖੜਾ ਹੈ। ਕੋਈ ਕਿੰਨੀ ਵੀ ਮਦਦ ਕਰ ਰਿਹਾ, ਕਿਸੇ ਵੀ ਤਰੀਕੇ ਨਾਲ ਉਹ ਮਦਦ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ, ਹਨਾ। ਇਸ ਦੌਰਾਨ ਜਿਹੜੇ ਸਿਆਸੀ ਧਿਰਾਂ ਸਾਡੀਆਂ ਨੇ, ਉਹਨਾਂ ਦੀ ਭੂਮਿਕਾ ਨੂੰ ਤੁਸੀਂ ਕਿਵੇਂ ਦੇਖਦੇ ਹੋ? ਅਮਰਤ, ਜੇ ਆਪਾਂ ਗੱਲ ਉੱਪਰੋਂ ਸ਼ੁਰੂ ਕਰੀਏ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਤੋਂ, ਕਿ ਉਹਨਾਂ ਨੇ ਅੱਜ ਮਨ ਕੀ ਬਾਤ, ਕਿਉਂਕਿ ਐਤਵਾਰ ਦਾ ਦਿਨ ਸੀ ਤੇ ਨਵੰਬਰ ਮਹੀਨੇ ਦਾ ਅਖੀਰਲਾ ਐਤਵਾਰ ਸੀ, ਕਿਉਂਕਿ ਹਰ ਅਖੀਰਲੇ ਐਤਵਾਰ ਉਹ ਪ੍ਰੋਗਰਾਮ ਹੈ ਜੀ ਕਰਦੇ ਨੇ, ਤਾਂ ਮਨ ਕੀ ਬਾਤ ਨੂੰ ਸੁਣ ਕੇ ਸਾਨੂੰ ਕਾਫੀ ਕੁਝ ਸਪਸ਼ਟ ਹੋ ਜਾਂਦਾ ਉਹਨਾਂ ਦੀ ਨੀਤੀ ਬਾਰੇ, ਉਹਨਾਂ ਦੀ ਨੀਅਤ ਬਾਰੇ। ਕਿਉਂ ਅੱਜ ਵੀ ਉਹਨਾਂ ਖੇਤੀ ਕਾਨੂੰਨ ਤੇ ਖੜੇ ਹੋਏ ਨੇ। ਉਹਨਾਂ ਨੇ ਕਿਸਾਨ ਜਿਹੜੇ ਉਹਨਾਂ ਦੀਆਂ ਬਰੂਹਾਂ ਤੇ ਪਹੁੰਚੇ ਹੋਏ ਨੇ, ਉਹਨਾਂ ਦੇ ਬਾਰਡਰਾਂ ਤੇ ਬੈਠੇ ਨੇ, ਕੂਕ ਰਹੇ ਨੇ, ਤੜਫ ਰਹੇ ਨੇ, ਠੀਕ ਹੈ, ਖੇਤੀ ਕਾਨੂੰਨਾਂ ਬਾਰੇ। ਕਿਸਾਨੀ ਦੀ ਉਹਨਾਂ ਨੇ ਕਿਤੇ ਗੱਲ ਨਹੀਂ ਕੀਤੀ ਕਿ ਕਿਸਾਨਾਂ ਨੂੰ ਕਿ ਅਸੀਂ ਗੱਲਬਾਤ ਲਈ ਮੈਂ ਖੁਦ ਗੱਲ ਕਰਾਂਗਾ, ਮੈਂ ਆਪਦੇ ਮੰਤਰੀਆਂ ਦੀ ਡਿਊਟੀ ਲਗਾਵਾਂਗਾ, ਕਿਤੇ ਉਹਨੇ ਜ਼ਿਕਰ ਨਹੀਂ ਕੀਤਾ। ਉਹ ਕਹਿੰਦਾ ਜਿਹੜੇ ਅਸੀਂ ਖੇਤੀ ਸੁਧਾਰ ਕੀਤੇ ਨੇ ਬਹੁਤ ਅੱਛੇ ਨੇ, ਬਹੁਤ ਵਧੀਆ ਨੇ। ਬਾਬੇ ਨਾਨਕ ਦੀ ਗੱਲ ਕੀਤੀ ਹੈ, ਕੱਲ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੈ, ਉਹਦੇ ਲੰਗਰ ਦੀ ਗੱਲ ਕੀਤੀ ਹੈ, ਪਰ ਉਹਦੇ ਜਿਹੜੇ ਲਾਲੂ ਆ ਉਹ ਤਾਂ ਸੜਕਾਂ ਤੇ ਬੈਠੇ ਨੇ, ਉਹਨਾਂ ਦੀ ਕਿਤੇ ਕੋਈ ਗੱਲ ਨਹੀਂ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਗੱਲ ਕੀਤੀ ਹੈ,
ਤੇ 6 ਦਸੰਬਰ ਨੂੰ ਬਾਬਾ ਸਾਹਿਬ ਅੰਬੇਦਕਰ ਦਾ ਜਿਹੜਾ ਵਰਸੀ ਹੈਗੀ ਹੈ ਉਹਨਾਂ ਦਾ ਉਹਨਾਂ ਨੇ ਮਨ ਕੀ ਬਾਤ ਦੇ ਵਿੱਚ ਜ਼ਿਕਰ ਕੀਤਾ ਹੈਗਾ। ਪਰ ਜਿਹੜੇ ਹੱਕ ਲੈਣ ਵਾਲੇ ਲੋਕ ਨੇ ਉਹ ਟੋਟਲੀ ਮਿਸਿੰਗ ਨੇ, ਉਹਨਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਕੀਤਾ। ਅਮਿਤ ਸ਼ਾਹ ਦੀ ਗੱਲ ਕਰੀਏ, ਅਮਿਤ ਸ਼ਾਹ ਨੇ ਠੀਕ ਹੈ ਜ਼ਰੂਰ ਸੱਦਾ ਦਿੱਤਾ ਹੈਗਾ, ਪਰ ਉਹ ਨਾਲ ਨਾਲ ਜਿਹੜੇ ਅਹਿਮਦਾਬਾਦ ਹੈਦਰਾਬਾਦ ਦੇ ਵਿੱਚ ਰੋਡ ਸ਼ੋਅ ਵੀ ਕਰ ਰਹੇ ਨੇ। ਤਾਂ ਉਹ ਸੰਸਾਇਟੀ ਦਾ ਸਾਨੂੰ ਪਤਾ ਲੱਗ ਜਾਂਦਾ, ਜਿਵੇਂ ਜੋਗੀ ਜੀ ਵੀ ਉੱਥੇ ਗਏ ਹੋਏ ਨੇ, ਉਹ ਵੀ ਰੋਡ ਸ਼ੋਅ ਕਰ ਰਹੇ ਨੇ, ਕਿ ਸਾਨੂੰ ਪਤਾ ਲੱਗ ਸਾਡੀ ਇੱਕ ਤਰਜੀਹ ਕੀ ਹੈ, ਕਿਸਾਨੀ ਹੈ, ਕਿ ਉਹਨਾਂ ਦੇ ਦੁੱਖ ਦਾ ਸਾਨੂੰ ਕਿੰਨਾ ਕੁ ਦਰਦ ਹੈਗਾ। ਅਸੀਂ ਸਾਡੇ ਗੁਆਂਢ 'ਚ ਕੋਈ ਆਪਾਂ ਕਹਿ ਦਈਏ ਕਿ ਡੈਥ ਹੋ ਜੇ ਤਾਂ ਜਿਹੜੇ ਪੂਰਾ ਸਮਾਜ ਹੈ, ਆਸੇ ਪਾਸੇ ਦੇ ਲੋਕ ਹੈ, ਮਹੱਲੇ ਵਾਲੇ ਹੈ, ਉਹ ਵੀ ਦੁੱਖ 'ਚ ਆ ਜਾਂਦੇ ਨੇ। ਕੋਈ ਇਹ ਤਾਂ ਨਹੀਂ ਕਿ ਢੋਲ ਵਜਾਉਣਾ ਸ਼ੁਰੂ ਕਰ ਦਿੰਦਾ ਹੈਗਾ। ਤਾਂ ਇਹ ਦੁੱਖ ਨਹੀਂ ਸਮਝ ਰਹੇ। ਇਹ ਹੈਦਰਾਬਾਦ ਦੇ ਵਿੱਚ ਜਿਹੜੇ ਉੱਥੇ ਰੋਡ ਸ਼ੋਅ ਦੇ ਵਿੱਚ ਬਿਜੀ ਨੇ। ਫਿਰ ਇਹਨਾਂ ਦਾ ਖੱਟਰ ਸਾਹਿਬ, ਜਿਨ੍ਹਾਂ ਨੇ ਸਭ ਤੋਂ ਵੱਧ ਬਲਦੀ ਤੇਲ ਪਾ ਰਹੇ ਨੇ। ਖੱਟਰ ਸਾਹਿਬ ਨੇ ਸ਼ੁਰੂ ਤੋਂ ਹੀ ਮਤਲਬ ਇਦਾਂ ਦਾ, ਹੁਣ ਜਿਵੇਂ ਪਰਚੇ ਦਰਜ ਕੀਤੇ 12-13 ਹਜ਼ਾਰ ਕਿਸਾਨਾਂ ਤੇ ਪਰਚੇ ਦਰਜ ਕਰ ਦਿੱਤੇ। ਫਿਰ ਕਹਿ ਰਹੇ ਕਿ ਇਹ ਤਾਂ ਹਰਿਆਣੇ ਦੇ ਕਿਸਾਨ ਹੀ ਨਹੀਂ ਹੈਗੇ ਨੇ। ਅਗਰ ਕਿਸਾਨ ਹਰਿਆਣੇ ਦੇ ਕਿਸਾਨ ਨਹੀਂ ਭਾਈ, ਤਾਂ ਫਿਰ ਜਿਹੜੇ ਤੂੰ 32-33 ਬੰਦੇ ਫੜ ਕੇ ਅੰਦਰ ਕੀਤੇ ਹੈ ਜਾਂ ਜਿਨ੍ਹਾਂ ਤੋਂ ਅਰੈਸਟ ਕੀਤੇ ਨੇ, ਉਹ ਕੌਣ ਹੈ ਫਿਰ? ਤਾਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਲ ਕਿਹਾ ਹੈ ਟੀਵੀ ਤੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਹੈਗਾ ਕਿ 40,000 ਕਿਸਾਨ ਹੈ ਜਿਹੜਾ ਹਰਿਆਣੇ ਦਾ ਉੱਥੇ ਪਹੁੰਚਿਆ ਹੋਇਆ ਹੈ। ਉਹ ਕਿਸਾਨ ਮੰਨਣ ਨੂੰ ਤਿਆਰ ਨਹੀਂ, ਉਹ ਆਪਣੀ ਪੋਲੀਟਿਕਸ ਦੇ ਵਿੱਚ ਉਲਝੇ ਹੋਏ ਨੇ। ਅੱਜ ਤਾਂ ਉਹਨਾਂ ਨੇ ਅਮਰਤ ਇਹ ਵੀ ਕਹਿ ਦਿੱਤਾ ਕਿ ਇਹ ਸਪਾਂਸਰ ਪ੍ਰੋਗਰਾਮ ਹੈਗਾ ਕਿਸਾਨਾਂ ਦਾ। ਤੁਹਾਡਾ ਅਮਿਤ ਸ਼ਾਹ ਕੀ ਕਹਿ ਰਿਹਾ ਹੈਗਾ ਤੇ ਤੁਸੀਂ ਅਜੇ ਵੀ ਉਹਨੂੰ ਗਵਰਨਮੈਂਟ ਦਾ ਸਪਾਂਸਰ ਪ੍ਰੋਗਰਾਮ ਦੱਸ ਰਹੇ ਹੋ। ਇਹ ਤੋਂ ਪਤਾ ਲੱਗਦਾ ਕਿ ਭਾਜਪਾ ਜਿਹੜੀ ਉਹ ਕਿੰਨੀ ਕੁ ਸਿੰਸੀਅਰ ਹੈਗੀ ਹੈ। ਰਹੀ ਗੱਲ ਆਪ ਵਾਲਿਆਂ ਦੀ, ਦਿੱਲੀ ਵਾਲਿਆਂ ਦੀ, ਉਹਨਾਂ ਨੇ ਠੀਕ ਹੈ ਇੱਕ ਸ਼ੋਅ ਕੀਤਾ ਹੈਗਾ ਕਿ ਅਸੀਂ ਉਹ ਜਿਹੜੇ ਗਰਾਊਂਡ ਹੈ, ਸਟੇਡੀਅਮ ਹੈ, ਉਹ ਜੇਲ੍ਹਾਂ ਬਣਾਉਣ ਲਈ ਨਹੀਂ ਦੇਵਾਂਗੇ। ਪਰ ਕੇਜਰੀਵਾਲ ਨੇ ਆਪਣੇ ਲੈਵਲ ਤੇ ਜਾਂ ਉਹਨਾਂ ਦੇ MLA ਜਿਹੜੇ ਉਹ ਅਮਨ ਅਰੋੜਾ, ਚੀਮਾ ਹੋਰੀ, ਉਹ ਠੀਕ ਹੈ ਪ੍ਰੋਟੈਸਟ ਕਰਕੇ ਆਏ ਨੇ, ਪਰ ਕੋਈ ਵਜਮਾ ਪੋਲੀਟੀਕਲ ਕੋਈ ਪ੍ਰੋਗਰਾਮ ਉਹਨਾਂ ਨੇ, ਕੋਈ ਪੋਲੀਟੀਕਲ ਮੂਵ ਕੋਈ ਨਹੀਂ ਕਿਸੇ ਕਿਸਮ ਦੀ ਚਲਾਈ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇਖੀਏ, ਜਦੋਂ ਦੀ ਮਜੀਠੀਆ ਸਾਹਿਬ ਦੀ ਜਿਹੜੀ ਉਹ ਵਿਡਰਾਅ ਕੀਤੀ ਹੈ ਇਹਨਾਂ ਨੇ ਸਿਕਿਉਰਿਟੀ, ਉਸ ਤੋਂ ਬਾਅਦ ਅਕਾਲੀ ਦਲ ਕੋਈ ਬਹੁਤਾ ਰੜਕ ਨਹੀਂ ਰਿਹਾ ਕਿਤੇ ਵੀ। ਮਤਲਬ ਇਹ ਆਮ ਆਬਜ਼ਰਵੇਸ਼ਨ ਹੈਗੀ ਆ ਲੋਕਾਂ ਦੇ ਵਿੱਚ ਕਿ ਕਿਤੇ ਦਿਖ ਨਹੀਂ ਰਿਹਾ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਇੱਕ ਸਬ ਕਮੇਟੀ ਬਣਾਈ ਜਾਂਦੀ ਹੈ ਕਿ ਜਿਹੜੀ ਇਹ ਰੀਜਨਲ ਪਾਰਟੀ ਹੈ ਸਾਡੀ, ਜਿੰਨੀਆਂ ਵੀ ਰੀਜਨਲ ਪਾਰਟੀਆਂ ਹੋਰ ਨੇ, ਉਹਨਾਂ ਨੂੰ ਇਕੱਠਾ ਕਰਕੇ ਇੱਕ ਪਲੇਟਫਾਰਮ ਖੜਾ ਕੀਤਾ ਜਾਏਗਾ। ਜਿਸ ਤਰ੍ਹਾਂ ਸ਼ੁਰੂ 'ਚੋਂ ਅਕਾਲੀ ਦਲ ਲੜਾਈ ਲੜਦਾ ਰਿਹਾ, ਸੂਬਿਆਂ ਨੂੰ ਵੱਧ ਤਾਕਤਾਂ ਦੀ, ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਹੈਗਾ, ਉਹ ਕਮੇਟੀ ਜ਼ਰੂਰ ਬਣਾ ਦਿੱਤੀ ਗਈ ਹੈ, ਪਰ ਇਨ ਪ੍ਰੈਕਟਿਸ ਕੁਛ ਨਹੀਂ ਸਾਹਮਣੇ ਆਇਆ ਸਾਡੇ। ਇਹਦੇ ਨਾਲੋਂ ਚੰਗਾ ਹੁੰਦਾ ਕਿ ਕਿਸਾਨ ਇੱਕ ਮੂਵ ਲੜ ਰਹੇ ਨੇ, ਤੁਸੀਂ ਆਪਣੀ ਪੋਲੀਟੀਕਲ ਮੂਵ ਚਲਾਓ, ਦੂਸਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੀਆਂ ਕਰੋ ਤੇ ਇੱਕ ਏਜੰਡਾ ਬਣਾ ਕੇ ਲੜਾਈ ਲੜਨੀ ਸ਼ੁਰੂ ਕਰੋ ਪੋਲੀਟੀਕਲ। ਪਰ ਉਹ ਪ੍ਰੈਕਟੀਕਲੀ ਉਹ ਕਹਿ ਰਹੇ ਨੇ ਕਿ ਜੇ ਅਸੀਂ ਕਿਸਾਨਾਂ ਲਈ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਲੰਗਰ ਲਾ ਦਿਆਂਗੇ ਜੀ, ਤੁਹਾਨੂੰ ਮੈਡੀਕਲ ਏਡ ਦੇ ਦਿਆਂਗੇ ਜੀ, ਕਿਸਾਨਾਂ ਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਉੱਥੇ। ਹੁਣ ਵੀ ਜੇ ਉੱਥੇ ਦੇਖੀ ਜਿਹੜੇ ਪੰਡਾਲ ਬਣੇ ਹੋਏ ਹੈਗੇ ਨੇ ਸਿੰਘੂ ਬਾਰਡਰ ਤੇ, ਇਹਨਾਂ ਨੇ ਆਪਣੇ ਜਾ ਕੇ ਉੱਥੇ ਟੈਂਟ ਲਾ ਲਏ ਨੇ, ਉੱਥੇ ਲਿਖਤਾ ਕਿ ਆਪ ਦੀ ਰਸੋਈ, ਕਾਂਗਰਸ ਦੀ ਰਸੋਈ। ਤੇ ਉੱਥੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉੱਥੇ ਮਦਦ ਕਰ ਰਹੀ ਹੈ ਲੰਗਰ ਦਾ। ਪਰ ਕਿਸਾਨ ਇਸ ਗੱਲ ਨੂੰ ਸਾਰਿਆਂ ਨੂੰ ਕਹਿ ਚੁੱਕੇ ਕਿ ਸਾਡੇ ਅਸੀਂ ਆਪਣਾ ਰਾਸ਼ਨ ਲੈ ਕੇ ਆਏ, ਸਾਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ। ਤੇ ਕੈਪਟਨ ਅਮਰਿੰਦਰ ਸਿੰਘ ਵੀ ਦੇਖੋ ਵੈਸੇ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਜਿਹੜੀ ਅਮਿਤ ਸ਼ਾਹ ਦੀ ਗੱਲ ਮੰਨਣੀ ਚਾਹੀਦੀ ਹੈਗੀ ਹੈ, ਔਰ ਕਿਸਾਨਾਂ ਪ੍ਰਤੀ ਹਮਦਰਦੀ ਵੀ ਦਿਖਾ ਰਹੇ ਨੇ ਲਗਾਤਾਰ। ਖੇਤੀ ਸੋਧ ਬਿੱਲ ਵੀ ਜਿਹੜੇ ਆਪਣੇ ਕਾਨੂੰਨ ਆ ਜਿਹੜੇ ਪਾਸ ਕੀਤੇ ਨੇ ਅਸੈਂਬਲੀ ਦੇ ਵਿੱਚ, ਪਰ ਜਿਹੜੇ ਕਹਿੰਦੇ ਸੀ ਕਿ ਅਸੀਂ ਪ੍ਰਧਾਨ ਮੰਤਰੀ ਤੋਂ ਟਾਈਮ ਲਵਾਂਗੇ, ਉਹਨਾਂ ਨੂੰ ਮਿਲਾਂਗੇ ਵੀ, ਅਮਿਤ ਸ਼ਾਹ ਨੂੰ ਵੀ ਮਿਲਾਂਗੇ, ਪਰ ਪ੍ਰੈਕਟੀਕਲੀ ਕਿਤੇ ਨਹੀਂ ਸਾਨੂੰ ਨਜ਼ਰ ਆਇਆ। ਇਸ ਕਰਕੇ ਜਿਹੜੀ ਕਿਸਾਨ ਹੈ ਉਹ ਆਪਣੀ ਲੜਾਈ ਅਮਰਤ ਆਪ ਲੜ ਰਹੇ ਨੇ। ਤੇ ਇਹ ਜ਼ਰੂਰ ਮੈਨੂੰ ਹੋਪ ਹੈਗੀ ਹੈ ਕਿ ਇਹ ਲੜਾਈ ਜ਼ਰੂਰ ਕਿਸੇ ਸਿਰੇ ਲੱਗੇਗੀ, ਕਿਉਂਕਿ ਹੁਣ ਇਸ ਸਟੇਜ ਤੇ ਪਹੁੰਚ ਚੁੱਕੀ ਹੈ ਕਿ ਸੈਂਟਰ ਸਰਕਾਰ ਨੂੰ ਹੁਣ ਕੋਈ ਟਾਲਾ ਵੱਟਣਾ ਮੁਸ਼ਕਲ ਹੈ। ਚੰਗਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਸੈਂਟਰ ਦਾ ਕੋਈ ਸੁਖਾਵਾਂ ਹੱਲ ਕਰੇ ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਚਰਨਜੀਤ ਭੁੱਲਰ ਜੀ, ਤੇ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਜਿਸ ਮਕਸਦ ਨਾਲ ਦਿੱਲੀ ਜਾ ਕੇ ਡੇਰੇ ਲਾ ਕੇ ਬੈਠੇ ਨੇ, ਉਸ ਮਕਸਦ ਵਿੱਚ ਉਹ ਸਫਲ ਹੋ ਕੇ ਵਾਪਸ ਪਰਤਣ। ਭਲਕੇ ਫਿਰ ਅਸੀਂ ਨਵੇਂ ਮੁੱਦੇ ਨਾਲ ਇਸੇ ਸਮੇਂ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਧੰਨਵਾਦ।